ਜੰਗਲ ਤੋਂ ਬਾਹਰ ਜਦੋਂ ਨਿਕਲੇ ਗੁਰੂ ਨਾਨਕ ਦੇਵ ਮਹਾਰਾਜ ਤੇ ਅੱਗੇ ਦੇਖਿਆ ਦੂਰ ਦੂਰ ਤੱਕ ਜੋ ਹੈ ਇੱਕ ਉਜਾੜ ਦੀ ਤਰ੍ਹਾਂ, ਕੋਈ ਬ੍ਰਿਸ਼ ਨਹੀਂ ਹੈ ਤੇ ਕੋਈ ਨਗਰ ਨਹੀਂ ਹੈ, ਕਿਸੇ ਦਾ ਘਰ ਨਜ਼ਰ ਨਹੀਂ ਆਉਂਦਾ। ਮਰਦਾਨਾ ਜੀ ਪਿੱਛੇ ਦੇਖਦੇ ਤੇ ਜੰਗਲ ਹੈ, ਅੱਗੇ ਦੇਖਦੇ ਤੇ ਉਜਾੜ ਹੈ। ਗੁਰੂ ਨਾਨਕ ਦੇਵ ਮਹਾਰਾਜ ਚੱਲਦੇ ਜਦੋਂ ਕਾਫੀ ਦੂਰ ਚਲੇ ਗਏ, ਭਾਈ ਮਰਦਾਨਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਚਲਦਿਆਂ ਇਸ ਉਜਾੜ ਦੇ ਵਿੱਚ। ਜਿਸ ਜੰਗਲ ਵਿੱਚੋਂ ਆਏ ਆ ਉਹ ਜੰਗਲ ਵੀ ਦਿਸਣੋਂ ਬੰਦ ਹੋ ਗਿਆ, ਜੰਗਲ ਵੀ ਹੁਣ ਨਹੀਂ ਦਿਸਦਾ, ਇੰਨਾ ਅੱਗੇ ਆ ਗਏ ਆ। ਪਰ ਦੂਰ ਦੂਰ ਤੱਕ ਨਾ ਕੋਈ ਆਬਾਦੀ ਹੈ, ਨਾ ਕੋਈ ਮਨੁੱਖ ਹੈ, ਨਾ ਕੋਈ ਪਸ਼ੂ ਪੰਛੀ ਨਜ਼ਰ ਆਉਂਦਾ ਹੈ। ਇੱਥੇ ਤਾਂ ਪੀਣ ਨੂੰ ਪਾਣੀ ਮਿਲਣਾ ਵੀ ਬੜਾ ਮੁਸ਼ਕਲ ਹੈ। ਅਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਮਰਦਾਨਿਆ ਕਿਉਂ ਕਹਿਣਾ ਉਜਾੜ ਹੈ, ਇੱਥੇ ਤਾਂ ਬੜਾ ਸੋਹਣਾ ਇੱਕ ਅੱਗੇ ਨਗਰ ਵਸਦਾ, ਤੈਨੂੰ ਦਰਸ਼ਨ ਕਰਾਉਂਦੇ ਆ। ਹੁਣ ਮਰਦਾਨਾ ਬੜਾ ਹੈਰਾਨ ਵੀ ਇੱਥੇ ਤਾਂ ਕੁਛ ਨਜ਼ਰ ਹੀ ਨਹੀਂ ਆਉਂਦਾ। ਮੇਰੇ ਪਾਤਸ਼ਾਹ ਕਹਿੰਦੇ ਨੇ ਵੀ ਇੱਕ ਸੋਹਣੇ ਨਗਰ ਦੇ ਦਰਸ਼ਨ ਕਰਾਉਂਦੇ ਆ, ਅਤੇ ਉੱਥੇ ਨਾ ਉੱਚੀਆਂ ਨੀਵੀਆਂ ਪਹਾੜੀਆਂ, ਜਿਵੇਂ ਆਪਾਂ ਟੀਲੇ ਕਹਿ ਲਈਏ, ਪਠਾਰੀ ਇਲਾਕਾ। ਅਤੇ ਜਦੋਂ ਉਸ ਟੀਲੇ ਦੇ ਉੱਤੇ ਚੜ੍ਹਦੇ ਫਿਰ ਉਸ ਤੋਂ ਅਗਲਾ ਜੋ ਹੈ ਏਰੀਆ, ਉਹ ਇਲਾਕਾ ਨਜ਼ਰ ਆਉਂਦਾ, ਪਰ ਦੂਰ ਤੱਕ ਬੀਆਬਾਨ, ਜੰਗਲ। ਅਤੇ ਜਦੋਂ ਚੱਲਦਿਆਂ ਇੱਕ ਪਠਾਰ ਆਇਆ, ਪਠਾਰੀ ਇਲਾਕਾ। ਅਤੇ ਮਰਦਾਨਾ ਪੁੱਛਦਾ ਵੀ ਪਾਤਸ਼ਾਹ ਇਹ ਕੀ ਹੈ? ਗੁਰੂ ਨਾਨਕ ਦੇਵ ਮਹਾਰਾਜ ਦੱਸਦੇ ਵੀ ਜਦੋਂ ਹਵਾ ਦੇ ਨਾਲ ਬਹੁਤ ਮਿੱਟੀ ਇਕੱਠੀ ਹੋ ਜਾਂਦੀ, ਉੱਚੇ ਉੱਚੇ ਟੀਲੇ ਬਣ ਜਾਂਦੇ, ਉਹ ਟੀਲਿਆਂ ਤੋਂ ਪਠਾਰ ਬਣ ਜਾਂਦੇ। ਤਾਂ ਇਸ ਤਰ੍ਹਾਂ ਬਚਨ ਬਿਲਾਸ ਕਰਦੇ ਜਦੋਂ ਉਸ ਟੀਲੇ ਦੇ ਉੱਤੇ ਚੜ੍ਹੇ ਅਤੇ ਉਸ ਟੀਲੇ ਦੇ ਪਾਰਲੇ ਪਾਸੇ ਇੱਕ ਨਗਰ ਨਜ਼ਰ ਆਇਆ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਮਰਦਾਨਿਆ ਤੂੰ ਕਹਿੰਦਾ ਸੀ ਇੱਥੇ ਕੋਈ ਵੀ ਨਹੀਂ, ਅਤੇ ਆਹ ਦੇਖ, ਆਹ ਨਗਰ ਹੈ। ਅਤੇ ਭਾਈ ਬਾਲਾ ਜੀ ਜਨਮ ਸਾਖੀ ਵਿੱਚ ਲਿਖਦੇ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਸੁਣਾ ਰਹੇ ਨੇ ਜੀਵਨ ਸਾਖੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ। ਕਹਿੰਦੇ, ਸੱਚੇ ਪਾਤਸ਼ਾਹ ਜਦੋਂ ਅਸੀਂ ਉਸ ਟੀਲੇ ਤੋਂ ਥੱਲੇ ਉਤਰੇ ਉਸ ਨਗਰ ਵਿੱਚ ਜਾਣ ਵਾਸਤੇ ਨਾ, ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੜੀ ਇੱਕ ਕਲਾ ਵਰਤਾਈ ਉੱਥੇ, ਕਿਉਂਕਿ ਕਿਸੇ ਨੂੰ ਤਾਰਨਾ ਹੋਵੇ ਜਾਂ ਕਿਸੇ ਨੂੰ ਸਿੱਧੇ ਰਾਹੇ ਲਾਉਣਾ ਹੋਵੇ, ਕੋਈ ਨਾ ਕੋਈ ਅਤੇ ਵਿਧੀ ਬਣਾਉਣੀ ਪੈਂਦੀ ਹੈ। ਅਤੇ ਭਾਈ ਬਾਲਾ ਜੀ ਕਹਿਣ ਲੱਗੇ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਵੀ ਇਸ ਤਰ੍ਹਾਂ ਕਰ ਦਿੱਤਾ ਵੀ ਜਵਾਨ ਉਮਰ ਦੇ ਵਿੱਚ ਆਪ ਵੀ ਉਸੇ ਤਰ੍ਹਾਂ ਹੋ ਗਏ, ਅਤੇ ਸੁੰਦਰ ਗਹਿਣੇ ਜਿਵੇਂ ਅਸੀਂ ਪਾਏ ਹੁੰਦੇ ਨੇ, ਸੋਨਾ ਬਹੁਤ ਸਾਡੇ ਸਰੀਰਾਂ ਦੇ ਉੱਤੇ। ਗੁਰੂ ਨਾਨਕ ਦੇਵ ਮਹਾਰਾਜ ਜੀ ਵੀ, ਉਹਨਾਂ ਦੇ ਹੱਥਾਂ ਵਿੱਚ ਵੀ ਸੋਨੇ ਦੇ ਕੜੇ, ਗਲਾਂ ਵਿੱਚ ਸੋਨੇ ਦੇ ਹਾਰ। ਅਸੀਂ ਬੜੇ ਹੈਰਾਨ ਹੋਏ, ਪਰ ਗੁਰੂ ਨਾਨਕ ਦੀ ਗਤ ਨੂੰ ਕੋਈ ਨਹੀਂ ਜਾਣ ਸਕਦਾ। ਕਹਿੰਦੇ ਜਦੋਂ ਉਸ ਪਿੰਡ ਵਿੱਚ ਗਏ ਅਤੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਵੀ ਇਹ ਸਾਰਾ ਪਿੰਡ ਜੋ ਹੈ ਚੋਰਾਂ ਦਾ ਹੈ, ਇਹ ਸਾਰਾ ਪਿੰਡ ਡਾਕੂਆਂ ਦਾ ਹੈ। ਅਤੇ ਮਰਦਾਨਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ ਸਾਰਾ ਪਿੰਡ ਚੋਰਾਂ ਦਾ, ਡਾਕੂਆਂ ਦਾ ਹੈ, ਆਪਾਂ ਤਾਂ ਕੀਮਤੀ ਜੇਵਰ ਤੁਸੀਂ ਸਾਡੇ ਗਲਾਂ 'ਚ ਪਵਾ ਦਿੱਤੇ ਨੇ, ਅਤੇ ਇਹ ਤਾਂ ਸਾਨੂੰ ਮਾਰ ਦੇਣਗੇ। ਅਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਮਰਦਾਨਿਆ ਫਿਕਰ ਨਾ ਕਰ, ਦੇਖ ਰੰਗ ਕਰਤਾਰ ਦੇ। ਜਦੋਂ ਨਗਰ ਵਿੱਚ ਗਏ, ਲੋਕਾਂ ਨੇ ਦੇਖਿਆ, ਬੜੇ ਹੈਰਾਨ ਹੋਏ ਵੀ ਆਹ ਤਾਂ ਸਾਡੇ ਘਰ ਦੇ ਵਿੱਚ ਹੀ ਲక్ష్ਮੀ ਚੱਲ ਕੇ ਆ ਗਈ ਹੈ। ਅਸੀਂ ਤਾਂ ਦੂਰ ਰਾਹਾਂ 'ਤੇ ਜਾਂਦੇ ਹਾਂ ਡਾਕੇ ਮਾਰਨ, ਚੋਰੀਆਂ ਕਰਨ ਵਾਸਤੇ, ਇਹ ਤਾਂ ਕੀਮਤੀ ਗਹਿਣੇ ਜੇਵਰਾਤ ਪਾ ਕੇ ਇਹ ਤਾਂ ਸਾਡੇ ਪਿੰਡ ਹੀ ਆ ਗਏ। ਹੁਣ ਕੋਈ ਆਪਣੇ ਘਰ ਨੂੰ ਖਿੱਚਦਾ, ਕੋਈ ਆਪਣੇ ਘਰ ਨੂੰ ਖਿੱਚਦਾ। ਆਖਿਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਘਰ ਦੇ ਵਿੱਚ ਚਲੇ ਗਏ। ਹੁਣ ਜਦੋਂ ਘਰ ਵਾਲੇ ਨੇ ਦੇਖਿਆ ਵੀ ਮੇਰੇ ਘਰ ਤਾਂ ਬੜੀ ਲక్ష్ਮੀ ਆਈ ਹੈ, ਹੁਣ ਦੂਸਰੇ ਘਰਾਂ ਵਾਲੇ ਵੀ ਆਉਂਦੇ ਨੇ। ਇਹਨਾਂ ਦਾ ਇੱਕ ਰਿਵਾਜ਼ ਸੀ ਕਹਿ ਲਈਏ, ਜਾਂ ਇਹਨਾਂ ਦਾ ਇੱਕ ਨੇਮ ਸੀ ਵੀ ਜੇ ਕੋਈ ਲੁੱਟ ਕੇ ਲਿਆਉਂਦਾ ਤਾਂ ਉਹ ਸਾਰਾ ਪਿੰਡ ਉਸ ਮਾਲ ਨੂੰ, ਉਸ ਧਨ ਨੂੰ ਵੰਡ ਲੈਂਦਾ। ਹੁਣ ਸਾਰੇ ਕਹਿੰਦੇ ਵੀ ਤੇਰੇ ਘਰ ਵਿੱਚ ਬੜਾ ਸੋਨਾ ਪਾ ਕੇ ਇਹ ਸੰਤ ਆਏ ਨੇ, ਅਤੇ ਤੂੰ ਇਹਨਾਂ ਨੂੰ ਲੁੱਟਣਾ, ਸਾਨੂੰ ਪਤਾ ਰਾਤ ਨੂੰ ਮਾਰ ਦੇਣਾ, ਅਤੇ ਇਹ ਜਿਹੜਾ ਧਨ ਹੈ ਇਹ ਸਾਰਿਆਂ ਵਿੱਚ ਵੰਡਣਾ। ਉਹ ਕਹਿੰਦਾ ਆਪਣੀ ਰੀਤੀ ਹੈ ਨਗਰ ਦੀ, ਫਿਕਰ ਨਾ ਕਰੋ। ਅਤੇ ਉਹ ਰਾਤ ਹੋਈ, ਗੁਰਬਾਣੀ ਦਾ ਕੀਰਤਨ ਹੋਇਆ, ਸਾਰੇ ਸੌਂ ਗਏ। ਵਿਚਾਰ ਇਹ ਸੀ ਵੀ ਜਦੋਂ ਇਹ ਸੌਂ ਗਏ ਉਦੋਂ ਇਹਨਾਂ ਨੂੰ ਮਾਰ ਦਿਆਂਗੇ, ਜੇਵਰ ਲੁੱਟ ਲਵਾਂਗੇ।
ਤੇ ਐਸੀ ਖੇਡ ਵਰਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਸਾਰੀ ਰਾਤ ਉਹ ਸੁੱਤੇ ਰਹੇ, ਅੱਖ ਹੀ ਨਾ ਖੁੱਲੀ। ਲੁੱਟਣਾ ਕਿੰਨੇ ਸੀ ਤੇ ਚੋਰੀ ਕਿੰਨੇ ਕਰਨੀ ਸੀ ਤੇ ਮਾਰਨਾ ਕਿੰਨੇ ਸੀ। ਹੁਣ ਜਦੋਂ ਸਵੇਰ ਹੋਈ, ਸਵੇਰੇ ਵੀ ਕੋਈ ਨਾ ਉੱਠਿਆ ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਸਾਰਾ ਨਗਰ ਸੁੱਤਾ ਹੋਇਆ। ਪਾਤਸ਼ਾਹ ਕਹਿਣ ਲੱਗੇ, ਮਰਦਾਨਿਆਂ ਚੱਲ ਚਲੀਏ। ਹੁਣ ਮਰਦਾਨਾ ਬੜਾ ਹੈਰਾਨ, ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਤਾਂ ਕਹਿੰਦੇ ਹੋ ਚੋਰਾਂ ਦਾ ਠੱਗਾਂ ਦਾ ਨਗਰ ਹੈ, ਤੇ ਦੇਖੋ ਸਾਰੇ ਸੁੱਤੇ, ਇਹਨਾਂ ਨੇ ਤਾਂ ਸਾਡੇ ਇਸ ਜੇਵਰਾਂ ਵੱਲ ਦੇਖੇ ਹੀ ਕੋਈ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕੋਈ ਗੱਲ ਨਹੀਂ, ਇਹਨਾਂ ਨੂੰ ਆਪਾਂ ਆਪਣੇ ਪਿੱਛੇ ਲਾਉਣ ਵਾਸਤੇ ਹੀ ਲਿਆਂਦਾ ਹੈ, ਆਪਾਂ ਇੱਥੇ ਆਏ ਹਾਂ। ਅਤੇ ਜਦੋਂ ਚੱਲ ਪਏ ਨਾ ਗੁਰੂ ਨਾਨਕ ਦੇਵ ਮਹਾਰਾਜ, ਕੋਈ 5-4 ਕੋਹ ਉਸ ਨਗਰ ਤੋਂ ਬਾਹਰ ਗਏ। ਹੁਣ ਅੱਖ ਖੁੱਲ੍ਹੀ ਹੈ। ਹੁਣ ਜਦੋਂ ਪਿੰਡ ਵਾਲਿਆਂ ਦੀ ਅੱਖ ਖੁੱਲ੍ਹੀ, ਉਹ ਸਾਰੇ ਆ ਗਏ ਆਪਣਾ ਹਿੱਸਾ ਲੈਣ ਵਾਸਤੇ। ਜਿਸ ਘਰ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਠਹਿਰੇ ਸਨ ਰਾਤ, ਹੁਣ ਉਹਨੂੰ ਆ ਕੇ ਕਹਿੰਦੇ ਨੇ ਸਾਡਾ ਹਿੱਸਾ ਦੇ। ਅਤੇ ਉਹ ਕਹਿੰਦਾ ਵੀ ਮੈਨੂੰ ਤਾਂ ਜਾਗ ਹੀ ਨਹੀਂ ਆਈ, ਮੇਰੀ ਤਾਂ ਅੱਖ ਹੀ ਨਹੀਂ ਖੁੱਲ੍ਹੀ, ਉਹ ਤਾਂ ਚਲੇ ਗਏ। ਹੁਣ ਪਿੰਡ ਵਾਲੇ ਬੜੇ ਨਾਰਾਜ਼ ਵੀ ਤੇਰੇ ਘਰ ਬਹੁਤ ਧਨ ਆਇਆ, ਤੂੰ ਤਾਂ ਪਿੰਡ ਦੀ ਜਿਹੜੀ ਰੀਤੀ ਉਹ ਤੋਂ ਬਾਹਰ ਦਾ ਕੰਮ ਕਰਦਾ। ਇਸ ਤਰ੍ਹਾਂ ਤਾਂ ਸਾਰੇ ਪਿੰਡ ਵਿੱਚ ਜਿਹੜੀ ਹੈ ਉਹ ਗਲਤ ਰੀਤੀ ਚੱਲ ਪਏਗੀ, ਜਿਹੜਾ ਲੁੱਟੇਗਾ ਉਹੀ ਰੱਖੇਗਾ। ਅਤੇ ਉਹ ਕਹਿਣ ਲੱਗਾ ਨਹੀਂ, ਉਹਨੇ ਬੜੀਆਂ ਸੌਹਾਂ ਆਪਣੇ ਦੇਵਤਿਆਂ ਦੀ ਜਿਹਨੂੰ ਵੀ ਮੰਨਦੇ ਸਨ ਖਾਧੀਆਂ, ਅਤੇ ਉਹਨਾਂ ਨੇ ਵਿਸ਼ਵਾਸ ਕੀਤਾ। ਕਹਿੰਦੇ ਚਲੋ ਬਹੁਤਾ ਦੂਰ ਨਹੀਂ ਗਏ ਹੋਣਗੇ। ਹੁਣ ਜਿੱਧਰ ਨੂੰ ਗੁਰੂ ਨਾਨਕ ਦੇਵ ਮਹਾਰਾਜ ਗਏ ਨਾ, ਹੁਣ ਉੱਧਰ ਨੂੰ ਪੈਰ ਜੋ ਹੈ ਲੱਗਦੇ ਜਾ ਰਹੇ ਨੇ ਥੱਲੇ, ਜਿੱਥੇ ਗੁਰੂ ਪਾਤਸ਼ਾਹ ਚੱਲ ਕੇ ਗਏ ਨਾ। ਹੁਣ ਗੁਰੂ ਨਾਨਕ ਦੇਵ ਮਹਾਰਾਜ, ਬਾਲਾ ਜੀ ਦੇ ਮਰਦਾਨਾ ਜੀ, ਹੁਣ ਤਿੰਨਾਂ ਜਣਿਆਂ ਦੇ ਪੈਰ ਧਰਤੀ 'ਤੇ ਦੇਖਦੇ ਜਾਂਦੇ ਨੇ। ਚਲਦਿਆਂ ਚਲਦਿਆਂ ਅੱਗੇ ਇੱਕ ਬ੍ਰਿਛ ਦੇ ਥੱਲੇ ਮੇਰੇ ਸ਼ਹਿਨਸ਼ਾਹ ਬੈਠੇ ਨੇ, ਉੱਥੇ ਕਾਫੀ ਬ੍ਰਿਛ ਨੇ ਨੇੜੇ ਤੇੜੇ, ਉੱਥੇ ਜਾ ਕੇ ਘੇਰ ਲਿਆ। ਕਹਿਣ ਲੱਗੇ, ਔਰ ਜਿਹੜੇ ਜੇਵਰ ਦੇਖੇ ਸੀ ਉਹ ਜੇਵਰ ਸਾਰੇ ਉਹਨਾਂ ਦੇ ਗਲ ਵਿੱਚ, ਉਹਨਾਂ ਦੇ ਕੋਲ। ਉਹਨਾਂ ਨੂੰ ਵਿਸ਼ਵਾਸ ਹੋ ਗਿਆ ਵੀ ਸਾਡਾ ਇਹ ਜਿਹੜਾ ਬੰਦਾ ਇਹ ਝੂਠ ਨਹੀਂ ਬੋਲਦਾ। ਅਤੇ ਇਹਨਾਂ ਨੇ ਜਾ ਕੇ ਲਲਕਾਰਿਆ, ਤੁਸੀਂ ਭੱਜ ਆਏ ਹੋ, ਸਾਡੇ ਘਰੋਂ ਚੋਰੀ ਕਰਕੇ ਲੈ ਕੇ ਆਏ, ਤੁਹਾਨੂੰ ਮਾਰ ਦਿਆਂਗੇ। ਕਿਉਂਕਿ ਹੁਣ ਤਾਂ ਖੁੱਲ੍ਹ ਗਏ ਨਾ ਵੀ ਜੰਗਲ ਵਿੱਚ ਹੈ, ਮਾਰ ਦਿਆਂਗੇ, ਇੱਥੇ ਕੌਣ ਦੇਖਦਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕੋਈ ਗੱਲ ਨਹੀਂ, ਹੁਣ ਜੇ ਤੁਸੀਂ ਇੰਨੀ ਦੂਰੋਂ ਚੱਲ ਕੇ ਸਾਨੂੰ ਮਾਰਨ ਵਾਸਤੇ, ਲੁੱਟਣ ਵਾਸਤੇ ਆਏ ਹੋ, ਤਾਂ ਤੁਸੀਂ ਛੱਡਣਾ ਨਹੀਂ ਸਾਨੂੰ, ਅਤੇ ਮਾਰ ਦਿਓ, ਕੋਈ ਗੱਲ ਨਹੀਂ। ਪਰ ਇੱਕ ਸ਼ਰਤ ਹੈ, ਤੁਸੀਂ ਆਪਣੇ ਦੇਵਤੇ ਦੀ ਕਸਮ ਖਾਓ। ਅਸੀਂ ਲੁੱਟਣ ਨੂੰ ਮਨਾ ਨਹੀਂ ਕਰਦੇ, ਮਾਰਨ ਨੂੰ ਮਨਾ ਨਹੀਂ ਕਰਦੇ, ਬਸ ਇੱਕ ਕਸਮ ਖਾਓ ਵੀ ਸਾਨੂੰ ਤੁਸੀਂ ਅਗਨ ਭੇਟ ਕਰੋਗੇ, ਅੱਗ ਵਿੱਚ ਸਾੜੋਗੇ। ਸਾਡਾ ਅੰਤਮ ਸੰਸਕਾਰ ਜੋ ਹੈ ਤੁਸੀਂ ਉਹ ਅੱਗ ਦੇ ਵਿੱਚ ਸਾੜ ਕੇ ਕਰੋਗੇ। ਔਰ ਦੂਸਰੀ ਸ਼ਰਤ ਇਹ ਹੈ ਵੀ ਉਹ ਅੱਗ ਤੁਸੀਂ ਸਾਡੇ ਸਾਹਮਣੇ ਲੈ ਕੇ ਆਓ ਪਹਿਲਾਂ, ਉਸ ਤੋਂ ਬਾਅਦ ਸਾਨੂੰ ਮਾਰ ਲਿਓ, ਲੁੱਟ ਲਿਓ, ਜੋ ਮਰਜ਼ੀ ਕਰ ਲਿਓ। ਹੁਣ ਇਹ ਬੜੇ ਹੈਰਾਨ ਵੀ ਇਹ ਮਰਨ ਤੋਂ ਵੀ ਨਹੀਂ ਡਰਦਾ। ਖੈਰ ਉਹਨਾਂ ਨੇ ਸੋਚਿਆ ਵੀ ਚਲੋ ਜਿਸ ਤਰ੍ਹਾਂ ਕਹਿੰਦਾ ਕੋਈ ਗੱਲ ਨਹੀਂ। ਹੁਣ ਕੁਛ ਬੰਦੇ ਉੱਥੇ ਬਹਿ ਗਏ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਲੇ, ਅਤੇ ਕੁਛ ਜਿਹੜੇ ਨੇ ਉਹ ਅੱਗ ਲੈਣ ਵਾਸਤੇ ਤੁਰ ਪਏ। ਔਰ ਅੱਗ ਦੇ ਵਿੱਚ ਵੀ ਇਹ ਗੱਲ ਕਹੀ ਸੀ ਵੀ ਅਸੀਂ ਅੱਗ ਕਿੱਥੋਂ ਲਿਆਈਏ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਉਹ ਦੇਖੋ ਧੂੰਆਂ ਨਿਕਲ ਰਿਹਾ ਚਿੱਟਾ, ਉੱਥੋਂ ਜਾ ਕੇ ਲਿਆਓ। ਚੱਲ ਪਏ। ਹੁਣ ਜਦੋਂ ਜਿਹੜੇ 2 ਜਣੇ ਅੱਗ ਲੈਣ ਗਏ ਨਾ, ਉਹਨਾਂ ਨੇ ਰਸਤੇ ਵਿੱਚ ਦੇਖਿਆ ਵੀ ਇੱਕ ਬੰਦੇ ਨੂੰ 2 ਬੜੀਆਂ ਡਰਾਉਣੀਆਂ ਜਿਹੀਆਂ ਸ਼ਕਲਾਂ ਨੇ, ਬੜੇ ਤਾਕਤਵਰ ਜੇ 2 ਇਨਸਾਨ ਨੇ, ਅਤੇ ਬੜਾ ਉਹਨੂੰ ਕੁੱਟ ਰਹੇ ਨੇ, ਬੜਾ ਉਹਨੂੰ ਮਾਰ ਰਹੇ ਨੇ, ਅਤੇ ਇੱਧਰ ਨੂੰ ਆ ਰਹੇ ਨੇ ਜਿੱਧਰ ਗੁਰੂ ਨਾਨਕ ਦੇਵ ਮਹਾਰਾਜ ਬੈਠੇ ਨੇ। ਇਹਨਾਂ ਨੇ ਦੇਖਿਆ ਅਤੇ ਅਣਦੇਖਿਆ ਕਰਕੇ ਅੱਗੇ ਚਲੇ ਗਏ। ਹੁਣ ਅੱਗੇ ਉਹ ਚਿਖਾ ਬਲਦੀ ਹੈ, ਜਿੱਥੇ ਧੂੰਆਂ ਨਿਕਲਦਾ ਸੀ ਨਾ, ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਨੇ ਇਸ਼ਾਰਾ ਕੀਤਾ ਸੀ, ਉੱਥੇ ਚਿਖਾ ਬਲਦੀ ਹੈ। ਹੁਣ ਉਸ ਚਿਖਾ ਦੇ ਵਿੱਚੋਂ ਅੱਗ ਲੈ ਕੇ ਇਹ ਜਦੋਂ ਵਾਪਸ ਮੁੜੇ, ਉਹੀ ਬੰਦਾ ਜਿਹਨੂੰ ਕੁੱਟ ਰਹੇ ਸੀ, ਜਿਹਨੂੰ ਮਾਰ ਰਹੇ ਸੀ, ਉਹ ਹੁਣ ਬੜੇ ਸੁੰਦਰ ਬਿਵਾਨ ਵਿੱਚ ਬੈਠਾ ਹੈ। ਉਹਨੂੰ ਬੜੇ ਸੋਹਣੇ ਮਹਿਕਾਂ ਉਹਦੇ ਵਿੱਚੋਂ ਆ ਰਹੀਆਂ ਨੇ, ਬੜਾ ਸਤਿਕਾਰ ਇੱਜ਼ਤ ਦੇ ਨਾਲ ਉਹ ਹੁਣ ਵਾਪਸ ਜਾ ਰਿਹਾ। ਬੜੇ ਹੈਰਾਨ ਹੋਏ ਵੀ ਜਦੋਂ ਅਸੀਂ ਇੱਧਰ ਗਏ ਨੂੰ ਮਾਰ ਪੈ ਰਹੀ ਸੀ, ਹੁਣ ਜਦੋਂ ਮੁੜਦਾ ਇੱਧਰ ਨੂੰ ਅਤੇ ਬਿਵਾਨ ਦੇ ਵਿੱਚ ਹੈ, ਸੁੰਦਰ ਬਿਵਾਨ ਦੇ ਵਿੱਚ ਹੈ, ਅਤੇ ਇਹਦਾ ਸਤਿਕਾਰ ਬਹੁਤ ਹੈ ਹੋ ਰਿਹਾ। ਅਤੇ ਬੜੇ ਹੈਰਾਨ ਹੋਏ। ਜਦੋਂ ਆਏ ਗੁਰੂ ਨਾਨਕ ਦੇਵ ਮਹਾਰਾਜ ਕੋਲੇ, ਪਾਤਸ਼ਾਹ ਕਹਿੰਦੇ ਨੇ ਅੱਗ ਲੈ, ਕਹਿੰਦੇ ਹਾਂਜੀ। ਹੁਣ ਜਦੋਂ ਉਹ ਬਿਵਾਨ ਵਿੱਚ, ਜਿਸ ਬਿਵਾਨ ਵਿੱਚ ਉਹ ਬੰਦਾ ਜਾ ਰਿਹਾ ਸੀ, ਅਤੇ ਉਹ ਬਿਵਾਨ ਲੈ ਕੇ ਜਾਣ ਵਾਲਿਆਂ ਨੂੰ ਇਹ ਪੁੱਛਦੇ ਨੇ ਬਈ ਤੁਸੀਂ
ਇਹਨੂੰ ਤਾਂ ਬੜੀ ਮਾਰ ਪੈ ਰਹੀ ਸੀ ਕੁਛ ਸਮਾਂ ਪਹਿਲਾਂ ਜਦੋਂ ਅਸੀਂ ਗਏ। ਹੁਣ ਬੜਾ ਸਤਿਕਾਰ, ਬੜਾ ਫੁੱਲਾਂ ਦੇ ਨਾਲ ਇਹਦਾ ਜਿਹੜਾ ਇਹ ਬਿਬਾਨ ਸਜਾਇਆ ਹੋਇਆ ਹੈ। ਤੁਸੀਂ ਲੈ ਕੇ ਕਿੱਧਰ ਨੂੰ ਜਾ ਰਹੇ ਹੋ? ਉਹ ਕਹਿਣ ਲੱਗੇ ਵੀ ਇਹਦੇ ਕੀਤੇ ਹੋਏ ਫਲ, ਕਰਮਾਂ ਦਾ ਫਲ ਇਹਨੂੰ ਭੁਗਤਾ ਰਹੇ ਸੀ। ਇਹ ਬੜਾ ਪਾਪੀ ਸੀ, ਬੜਾ ਬੇਈਮਾਨ ਸੀ, ਬੜੀਆਂ ਠੱਗੀਆਂ ਮਾਰਦਾ ਸੀ, ਬੜਾ ਧੋਖੇਬਾਜ਼ ਸੀ। ਉਹਦੀ ਇਹਨੂੰ ਸਜ਼ਾ ਅਸੀਂ ਦੇ ਰਹੇ ਸੀ। ਤੇ ਕਹਿੰਦੇ ਹੁਣ ਕੀ ਹੋ ਗਿਆ? ਕਹਿੰਦੇ ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਹੋ ਗਏ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਰਹਿਮਤ ਭਰੀ ਨਜ਼ਰ ਇਹਦੇ ਉੱਤੇ ਪੈ ਗਈ ਤੇ ਇਹਦੇ ਸਾਰੇ ਕੀਤੇ ਪਾਪ ਜਿਹੜੇ ਨੇ ਉਹ ਸਾਫ਼ ਹੋ ਗਏ। ਤੇ ਹੁਣ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਪਈ ਹੈ ਤੇ ਹੁਣ ਇਹਨੂੰ ਸੁੰਦਰ ਬਿਬਾਨ ਵਿੱਚ ਅਸੀਂ ਬਿਠਾ ਕੇ ਦਰਗਾਹ ਨੂੰ ਲੈ ਕੇ ਜਾ ਰਹੇ ਹਾਂ। ਇਹ ਬੜੇ ਡਰੇ, ਨਾਲੇ ਅੱਗ ਗੁਰੂ ਪਾਤਸ਼ਾਹ ਜੀ ਦੇ ਹਾਜ਼ਰ ਕੀਤੀ, ਨਾਲੇ ਕਹਿਣ ਲੱਗੇ ਵੀ ਇਹ ਸਾਰਾ ਪ੍ਰਕਰਨ ਕੀ ਹੈ? ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਇਹੀ ਨੇ ਜਿਹੜਾ ਤੁਸੀਂ ਰਸਤੇ ਵਿੱਚ ਸਾਰਾ ਇਹ ਕੌਤਕ ਦੇਖਿਆ ਨਾ, ਉਹ ਇਹਨਾਂ ਦੀ ਕਿਰਪਾ ਦੇ ਨਾਲ ਹੀ ਉਸ ਪਾਪੀ ਦੇ ਪਾਪ ਜਿਹੜੇ ਨੇ ਉਹ ਪੁੰਨਾਂ ਵਿੱਚ ਬਦਲ ਗਏ, ਪਾਪ ਖਤਮ ਹੋ ਗਏ। ਜੋ ਕਿਰਪਾ ਦ੍ਰਿਸ਼ਟੀ ਹੋ ਗਈ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਤੇ ਉਹ ਹੁਣ ਸੱਚਖੰਡ ਨੂੰ ਚਲਿਆ ਗਿਆ। ਇਹ ਉਹ ਪ੍ਰਾਣੀ ਸੀ ਜਿਸ ਦੀ ਚਿਖਾ ਦੇ ਵਿੱਚੋਂ ਤੁਸੀਂ ਅੱਗ ਲੈ ਕੇ ਆਏ ਹੋ, ਤੇ ਜਿਹੜੇ ਤੁਸੀਂ ਪਾਪ ਕਰਮ ਕਰਦੇ ਹੋ ਨਾ, ਤੁਹਾਨੂੰ ਵੀ ਇਸੇ ਤਰ੍ਹਾਂ ਸਜ਼ਾ ਮਿਲਣੀ ਹੈ ਜਿਸ ਤਰ੍ਹਾਂ ਸਜ਼ਾ ਉਸ ਪਾਪੀ ਮਨੁੱਖ ਨੂੰ ਮਿਲੀ ਸੀ ਜਿਸ ਦੀ ਚਿਖਾ ਦੇ ਵਿੱਚੋਂ ਤੁਸੀਂ ਅੱਗ ਲੈ ਕੇ ਆਏ ਹੋ। ਇਹ ਸਾਧ ਸੰਗਤ ਬੜੇ ਡਰੇ, ਬਹੁਤ ਡਰ ਗਏ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਏ, ਹੱਥ ਜੋੜ ਰਹੇ ਨੇ, ਅਰਦਾਸਾਂ ਕਰਦੇ ਨੇ, ਮਾਫੀਆਂ ਮੰਗਦੇ ਨੇ। ਪਾਤਸ਼ਾਹ ਅਸੀਂ ਨਹੀਂ ਪਹਿਚਾਣ ਸਕੇ, ਸਾਡਾ ਕਰਮ ਹੈ ਚੋਰੀ ਕਰਨਾ। ਅਸੀਂ ਸੰਤ ਨੂੰ ਤੇ ਚੋਰ ਦੇ ਵਿੱਚ ਅਸੀਂ ਕੋਈ ਫਰਕ ਨਹੀਂ ਸਮਝਦੇ। ਹਰ ਇੱਕ ਸਾਡਾ ਸ਼ਿਕਾਰ ਹੈ, ਚਾਹੇ ਉਹ ਸਾਧੂ ਹੈ, ਚਾਹੇ ਕੋਈ ਆਮ ਮਨੁੱਖ ਹੈ। ਸਾਨੂੰ ਬਖਸ਼ ਲਓ। ਹੁਣ ਵਿਰਲਾਪ ਕਰ ਰਹੇ ਨੇ, ਚਰਨਾਂ ਤੇ ਢਹਿ ਪਏ, ਰੋ ਰੋ ਕੇ ਉਹਨਾਂ ਦਾ ਬੜਾ ਬੁਰਾ ਹਾਲ ਹੈ। ਡਰ ਸਤਾ ਰਿਹਾ ਨਰਕਾਂ ਦਾ, ਉਹ ਭਿਆਨਕ ਜਿਹੜੀ ਮਾਰ ਪੈਂਦੀ ਦੇਖ ਕੇ ਆਏ ਸਾਨੂੰ ਸਤਾ ਰਹੀ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਮਰਦਾਨਿਆ ਚੱਲੀ ਇਹਨਾਂ ਦੇ ਪਿੰਡ ਵਿੱਚ। ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਜਿਹੜੇ ਇੱਥੇ ਆਏ ਇਹਨਾਂ ਦਾ ਇੰਨਾ ਭਿਆਨਕ ਇਹਨਾਂ ਦਾ ਉਦੋਂ ਵਿਹਾਰ ਸੀ, ਜਿਹਨਾਂ ਦੇ ਪਿੰਡ ਵਿੱਚ ਚਲੇ ਗਏ ਫਿਰ ਕੀ ਹੋਏਗਾ? ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨਹੀਂ ਮਰਦਾਨਿਆ, ਜੇ ਇਹ ਅਰਦਾਸਾਂ ਕਰਦੇ ਨੇ ਤੇ ਹੁਣ ਚੱਲੀਏ। ਹੁਣ ਉਹ ਬੜੇ ਖੁਸ਼ ਹੋਏ ਵੀ ਗੁਰੂ ਨਾਨਕ ਦੇਵ ਮਹਾਰਾਜ ਹੁਣ ਸਾਡੇ ਪਿੰਡ ਵਿੱਚ ਜਾਣਾ ਮੰਨ ਗਏ। ਇਹ ਸਾਰੇ ਬੜੇ ਸਤਿਕਾਰ ਨਾਲ ਮੇਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣੇ ਨਗਰ ਵਿੱਚ ਲੈ ਗਏ, ਬੜੀ ਸੇਵਾ ਕੀਤੀ ਔਰ ਬੜੇ ਸੁੰਦਰ ਇੱਕ ਰਮਣੀਕ ਅਸਥਾਨ ਦੇ ਉੱਤੇ ਮੇਰੇ ਪਾਤਸ਼ਾਹ ਦਾ ਉਤਾਰਾ ਕਰਵਾਇਆ। ਹੁਣ ਉੱਥੇ ਕਹਿਣ ਲੱਗੇ ਸੱਚੇ ਪਾਤਸ਼ਾਹ ਹੁਕਮ ਕਰੋ ਅਸੀਂ ਕੀ ਕਰੀਏ? ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਸਭ ਤੋਂ ਪਹਿਲੀ ਗੱਲ ਤੇ ਇਹ ਵੀ ਤੁਸੀਂ ਇਹ ਮਾੜਾ ਜੋ ਕਰਮ ਹੈ ਇਹ ਛੱਡ ਦਿਓ, ਬੇਈਮਾਨੀ ਕਰਨੀ ਛੱਡ ਦਿਓ, ਧੋਖਾ ਕਰਨਾ ਛੱਡ ਦਿਓ, ਚੋਰੀ ਕਰਨੀ ਛੱਡ ਦਿਓ, ਠੱਗੀ ਕਰਨੀ ਛੱਡ ਦਿਓ ਔਰ ਧਰਮ ਦੀ ਕਿਰਤ ਕਰੋ। ਦੂਸਰੀ ਗੱਲ, ਜਿਹੜਾ ਧਨ ਤੁਸੀਂ ਇਹ ਚੋਰੀਆਂ ਕਰ ਕਰਕੇ ਲੋਕਾਂ ਨੂੰ ਮਾਰ ਮਾਰ ਕੇ ਇਕੱਠਾ ਕੀਤਾ, ਇਹ ਸਾਰਾ ਦਾ ਸਾਰਾ ਧਨ ਗਰੀਬਾਂ ਵਿੱਚ ਲੁਟਾ ਦਿਓ, ਵੰਡ ਦਿਓ। ਤੀਸਰਾ ਬਚਨ, ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਇੱਥੇ ਧਰਮਸ਼ਾਲਾ ਬਣਾਓ ਔਰ ਉਸ ਧਰਮਸ਼ਾਲਾ ਦੇ ਵਿੱਚ ਤੁਸੀਂ ਪਹਿਲਾਂ ਆਏ ਗਏ ਨੂੰ ਲੁੱਟਦੇ ਸੀ ਨਾ, ਇਸ ਧਰਮਸ਼ਾਲਾ ਵਿੱਚ ਆਏ ਗਏ ਦੀ ਤੁਸੀਂ ਸੇਵਾ ਕਰਨੀ ਹੈ, ਉਹਨੂੰ ਭੋਜਨ ਛਕਾਉਣਾ ਹੈ, ਉਹਦਾ ਸਤਿਕਾਰ ਕਰਨਾ, ਉਹਦੀ ਇੱਜ਼ਤ ਕਰਨੀ, ਉਹਦਾ ਮਾਣ ਕਰਨਾ ਹੈ। ਇਹ ਬਚਨ ਜਿੰਨਾ ਚਿਰ ਤੱਕ ਤੁਸੀਂ ਨਹੀਂ ਮੰਨਦੇ, ਤੁਸੀਂ ਦਰਗਾਹ ਦੇ ਵਿੱਚ ਤੁਹਾਡੀ ਬੰਦ ਖਲਾਸੀ ਨਹੀਂ ਹੋ ਸਕਦੀ। ਹੁਣ ਇਹ ਸਾਰਾ ਨਗਰ ਹੱਥ ਜੋੜ ਕੇ ਖੜਾ ਕਹਿਣ ਲੱਗਾ ਸੱਚੇ ਪਾਤਸ਼ਾਹ ਅੱਜ ਤੋਂ ਅਸੀਂ ਇਹ ਮਾੜਾ ਕੰਮ ਛੱਡਿਆ ਔਰ ਜਿੰਨਾ ਵੀ ਧਨ ਅਸੀਂ ਇਕੱਠਾ ਕੀਤਾ ਉਹ ਸਾਰਾ ਦਾ ਸਾਰਾ ਹੀ ਅਸੀਂ ਗਰੀਬਾਂ ਵਿੱਚ ਵੰਡ ਦਿਆਂਗੇ। ਪਾਤਸ਼ਾਹ ਕਹਿੰਦੇ ਨੇ ਵੰਡੋ, ਬਹੁਤ ਲੋਕ ਨੇ, ਤੇ ਧਰਮਸ਼ਾਲਾ ਵੀ ਆਪਣੀ ਕਿਰਤ ਕਮਾਈ ਚੋਂ ਅਸੀਂ ਬਣਾਵਾਂਗੇ। ਤੋ ਉਸ ਨਗਰ ਦੀ ਮਾੜੀ ਜਿਹੜੀ ਸੋਚ ਸੀ, ਮਾੜਾ ਵਿਹਾਰ ਸੀ, ਜਿਹੜੇ ਮਾੜੇ ਕਰਮ ਸੀ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਵਿਧੀ ਦੇ ਨਾਲ ਉਹਨਾਂ ਨੂੰ ਸਮੱਤ ਬਖਸ਼ਿਸ਼ ਕਰਕੇ